ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਗੱਲ ਹੈ ਕਿ ਜਦੋਂ ਹਿੰਦੁਸਤਾਨ ਦੀ ਵੰਡ ਕੀਤੀ ਜਾ ਰਹੀ ਸੀ ਤਾਂ ਫਿਰ ਪੰਜਾਬ ਨੂੰ ਲਕੀਰ ਦੇ ਇਸ ਪਾਸੇ ਰੱਖਿਆ ਜਾਂਦਾ ਜਾਂ ਫਿਰ ਦੂਜੇ ਬੰਨੇ। ਇਹ ਸੋਚ ਹੀ ਗਲਤ ਹੈ ਕਿ ਹਜ਼ਾਰਾਂ ਵਰ੍ਹੇ ਪੁਰਾਣੀ ਰਹਿਤਲ ਦੀ ਵਾਰਸ ਧਰਤੀ ਨੂੰ ਵੱਖੋ ਵੱਖ ਦੋ ਹਿੱਸਿਆਂ 'ਚ ਵੰਡ ਦਿੱਤਾ ਜਾਏ। ਹੁਣ ਅਗਲੀ ਗੱਲ ਇਹ ਹੈ ਕਿ ਪੰਜਾਬ ਦੀ ਵੰਡ ਦੀ ਸਾਜ਼ਿਸ਼ ਕਿਸ ਰਚੀ? ਕੀ ਇਹਦੇ ਵਿੱਚ ਮੁਸਲਮਾਨ ਸ਼ਾਮਲ ਸਨ? ਸਿੱਖਾਂ ਦੇ ਕੁਝ ਲੀਡਰਾਂ ਨੂੰ ਛੱਡ ਕੇ ਕੀ 95% ਸਿੱਖ ਇਹ ਚਾਹੁੰਦੇ ਸਨ ਕਿ ਪੰਜਾਬ ਵੰਡਿਆ ਜਾਏ? ਇੱਜ਼ਤ ਦਾ ਭਾਰ ਚੁੱਕ ਕੇ ਆਪਣੇ ਘਰ-ਬਾਰ ਛੱਡ ਕੇ ਉਹ ਬਡਰਾਵਾਂ ਦੀ ਧੂੜ ਪੱਕਣ ਵਾਲੇ ਚਾਹੁੰਦੇ ਸਨ ਕਿ ਪੰਜਾਬ ਵੰਡਿਆ ਜਾਏ? ਜਿਨ੍ਹਾਂ ਧੀਆਂ ਭੈਣਾਂ ਦੀ ਪੱਤ ਰੁਲੀ, ਕੀ ਉਹ ਚਾਹੁੰਦੇ ਸਨ ਕਿ ਪੰਜਾਬ ਦੇ ਟੋਟੇ ਹੋ ਜਾਣ? ਗੱਲ ਏਡੀ ਸੌਖੀ ਤੇ ਸਿੱਧੀ ਨਹੀਂ ਕਿ ਅਸੀਂ ਇਹਨੂੰ ਪਿਛਾਂ ਛੱਡ ਕੇ ਅਗਾਂਹ ਆਉਣ ਵਾਲੇ ਕਤਲੇਆਮ ਜਾਂ ਫਿਰ ਉਸ ਜ਼ੁਲਮ ਤੇ ਬਰਬਾਦੀ ਦੀ ਗੱਲ ਕਰੀਏ ਜਿਹੜੀ ਸਾਡੀ ਇਸ ਧਰਤੀ ਨੇ ਵੇਖੀ। ਪਹਿਲਾਂ ਜ਼ਰੂਰੀ ਹੈ ਕਿ ਅਸੀਂ ਬਤੌਰ ਪੰਜਾਬੀ ਆਪਣੀ ਹਕੀਕਤ ਤੋਂ ਜਾਣੂ ਹੋਈਏ ਕਿ ਸਾਡੇ ਵੱਡ ਵਡੇਰੇ ਉਜਾੜੇ ਪੈਣ ਤੋਂ ਪਹਿਲਾਂ ਕੀ ਸੋਚਦੇ ਸਨ, ਕਿਵੇਂ ਰਹਿ ਰਹੇ ਸਨ, ਇੱਕ ਦੂਜੇ ਨਾਲ ਉਹਨਾਂ ਦਾ ਮੇਲ ਵਰਤਨ ਕਿੱਦਾਂ ਦਾ ਸੀ। ਮੈਂ ਇਸ ਫੱਬਲ ਨੂੰ ਫਰੋਲ ਕੇ ਕੋਈ ਨਵੀਂ ਦਲੀਲ ਜਾਂ ਤਾਵੀਲ ਕੱਢ ਕੇ ਮਸਲੇ ਨੂੰ ਹੋਰ ਉਲਝਾਉਣਾ ਨਹੀਂ ਚਾਹੁੰਦਾ ਕਿ ਫਸਾਦ ਦੀ ਪਹਿਲੀ ਤੀਲੀ ਕਿਸ ਬਾਲੀ ਤੇ ਅੱਗ ਕਿਸ ਲਾਈ। ਮੈਂ ਨਾ ਹੀ ਇਹ ਚਾਹੁੰਦਾ ਕਿ ਤੁਕਬੰਦੀ ਨੂੰ ਕਿਸੇ ਨਜ਼ਰੀਏ ਦਾ ਨਾਂ ਦੇ ਕੇ ਉਹ ਗੱਲ ਸਾਹਮਣੇ ਲੈ ਆਈਏ ਜਿਹਦਾ ਵਜੂਦ ਹੈ ਹੀ ਨਹੀਂ ਸੀ, ਜਾਂ ਫਿਰ ਅਸੀਂ ਆਪਣੇ ਕਿਸੇ ਅਜਿਹੇ ਖਿਆਲ ਨੂੰ ਤਾਰੀਖ ਦਾ ਨਾਂ ਦੇ ਦਈਏ ਜਿਹੜਾ ਕਦੀ ਇਸ ਧਰਤੀ 'ਤੇ ਬੀਤਿਆ ਹੀ ਨਹੀਂ। ਅੱਜ ਸਾਨੂੰ ਮੰਨਣਾ ਪਏਗਾ ਕਿ ਸਾਡੇ ਮੁਰਖ ਨੇ ਸਾਡੀ ਤਾਰੀਖ ਨਾਲ ਇਨਸਾਫ ਨਹੀਂ ਕੀਤਾ। ਸਾਡੀ ਨਵੀਂ ਨਸਲ ਨਹੀਂ ਜਾਣਦੀ ਕਿ 47 ਦੀ ਵੰਡ 'ਚ ਕੀ ਹੋਇਆ, ਕਿਉਂ ਹੋਇਆ ਤੇ ਇਹਦਾ ਪਿਛੋਕੜ ਕੀ ਸੀ। ਵੱਖੋ ਵੱਖ ਤਾਰੀਖਾਂ ਲਿਖੀਆਂ ਗਈਆਂ ਨੇ। ਕੁਝ ਲਿਖਣ ਵਾਲਿਆਂ ਮਜ਼ਹਬ ਦੀ ਐਨਕ ਲਾ ਕੇ ਲਿਖਿਆ, ਕੁਝ ਨੇ ਕਿਸੇ ਖਾਸ ਨਜ਼ਰੀਏ ਦੇ ਜ਼ੇਰੇ ਅਸਰ ਰਹਿ ਕੇ ਲਿਖਿਆ ਤੇ ਕੁਝ ਨੇ ਆਪਣੇ ਦਿਲ ਦੀ ਗੱਲ ਨੂੰ ਅਫਸਾਨਵੀ ਰੰਗ ਦੇ ਕੇ ਤਾਰੀਖ ਬਣਾਉਣ ਦੀ ਕੋਸ਼ਿਸ਼ ਕੀਤੀ। ਮੈਂ ਸਮਝਦਾ ਹਾਂ ਕਿ ਸੱਚ ਹਾਲੇ ਵੀ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ। ਅਸੀਂ ਆਪਣੇ ਗੁਨਾਹਾਂ ਦਾ ਜ਼ਿੰਮੇਦਾਰ ਕਿਸੇ ਹੋਰ ਨੂੰ ਆਖ ਕੇ, ਆਪਣੀਆਂ ਨਫ਼ਰਤਾਂ ਦਾ ਇਲਜ਼ਾਮ ਕਿਸੇ ਹੋਰ ਦੇ ਨਾਵੇਂ ਲਾ ਕੇ ਵਕਤੀ ਤੌਰ ਉੱਤੇ ਦਿਲੀ ਤਸੱਲੀ ਤੇ ਹਾਸਲ ਕਰ ਸਕਦੇ ਹਾਂ, ਪਰ ਸੱਚ ਨੂੰ ਝੁਠਲਾ ਨਹੀਂ ਸਕਦੇ। ਜੇਕਰ ਅੱਜ ਸਾਡੇ ਦਿਲਾਂ ਅੰਦਰ ਉਬਾਲ ਉੱਠ ਰਹੇ ਨੇ, ਜੇਕਰ ਅੱਜ ਅਸੀਂ ਪੰਜਾਬ ਦੀ ਧਰਤੀ ਉੱਤੇ ਵੱਡੇ ਟੁੱਕੇ ਗਏ 20 ਲੱਖ ਤੋਂ ਵੱਧ ਪੰਜਾਬੀਆਂ ਨੂੰ ਯਾਦ ਕਰ ਰਹੇ ਹਾਂ, ਜਾਂ ਫਿਰ ਉਹਨਾਂ 1 ਲੱਖ ਤੋਂ ਵੱਧ ਧੀਆਂ ਦੀ ਰੁਲੀ ਹੋਈ ਪੱਤ ਉੱਤੇ ਹੰਝੂਆਂ ਰਾਹੀਂ ਆਪਣਾ ਦੁੱਖ ਬਿਆਨ ਕਰ ਰਹੇ ਹਾਂ, ਤੇ ਸੱਜਣੋ ਇਹ ਕੁਝ ਹੋਰ ਨਹੀਂ, ਆਪਣੇ ਵੱਡਿਆਂ ਦੇ ਗੁਨਾਹਾਂ ਦਾ ਕਫਾਰਾ ਅਦਾ ਕਰ ਰਹੇ ਹਾਂ। ਸਾਡੇ ਮੁਸਲਮਾਨ ਵੀਰ ਹੋਣ ਜਾਂ ਸਿੱਖ ਭਰਾ, ਅੱਜ ਜੇਕਰ ਅਸੀਂ ਫਿਰ ਇੱਕ ਵਾਰੀ ਇੱਕ ਦੂਜੇ ਨੂੰ ਕਬੂਲ ਕਰ ਰਹੇ ਹਾਂ ਜਾਂ ਫਿਰ ਸਾਡੇ ਦਿਲ ਇਸ ਧਰਤੀ ਨਾਲ ਜੁੜ ਪਾਰੋਂ ਲੰਘੇ ਵੇਲੇ ਦੇ ਫੱਟ ਭੁੱਲ ਕੇ ਇੱਕ ਦੂਜੇ ਨੂੰ ਜੁੜਨਾ ਚਾਹੁੰਦੇ ਹਾਂ, ਤੇ ਇਹਦਾ ਮਤਲਬ ਸਾਫ਼ ਤੇ ਸਿੱਧਾ ਹੈ ਕਿ ਅਸੀਂ ਆਪਣੇ ਵੱਡਿਆਂ ਦੇ ਗੁਨਾਹਾਂ ਤੇ ਨਫ਼ਰਤਾਂ ਦਾ ਕਫਾਰਾ ਅਦਾ ਕਰ ਰਹੇ ਹਾਂ। ਮੈਂ ਨਹੀਂ ਕਹਿੰਦਾ ਕਿ ਵੰਡ ਤੋਂ ਪਹਿਲਾਂ ਜਾਂ ਵੰਡ ਵੇਲੇ ਹਰ ਮੁਸਲਮਾਨ ਤੇ ਸਿੱਖ ਜਾਂ ਫਿਰ ਪੰਜਾਬ ਦਾ ਹਿੰਦੂ ਇੱਕ ਦੂਜੇ ਨੂੰ ਵੱਟ ਟੁੱਕ ਰਿਹਾ ਸੀ। ਬਹੁਤ ਸਾਰੇ ਮਾਰਨ ਵਾਲੇ ਸੀ ਤੇ ਬਚਾਉਣ ਵਾਲੇ ਵੀ ਘੱਟ ਨਹੀਂ ਸਨ। ਪਰ ਮੇਰਾ ਸਵਾਲ ਇਹ ਹੈ ਕਿ ਵੰਡ ਵੇਲੇ ਜਿਹੜੇ ਵੱਟ ਟੁੱਕ ਕਰ ਰਹੇ ਸਨ, ਜਿਹਨਾਂ ਲੁੱਟਮਾਰ ਕੀਤੀ, ਉਹ ਕੌਣ ਸਨ? ਕੋਈ ਬਾਹਰੋਂ ਆਇਆ ਸੀ? ਜੇ ਬਾਹਰੋਂ ਆਇਆ ਸੀ ਤੇ ਅਸੀਂ ਉਹਨੂੰ ਡੱਕਿਆ ਕਿਉਂ ਨਾ? ਸੱਜਣੋ, ਗੱਲ ਸੋਚਣ ਵਾਲੀ ਹੈ। ਅਸੀਂ ਅੱਜ 47 ਦੇ ਸ਼ਹੀਦਾਂ ਦੀ ਯਾਦ ਵਿੱਚ ਹੰਝੂ ਭਰੀਆਂ ਅੱਖਾਂ ਲੈ ਕੇ ਇੱਥੇ ਬੈਠੇ ਹਾਂ, ਪਰ ਕੋਈ ਇਹ ਗੱਲ ਕਿਉਂ ਨਹੀਂ ਕਰਦਾ ਕਿ ਇਹਨਾਂ ਪੰਜਾਬੀਆਂ ਦਾ ਕਾਤਲ ਕੌਣ ਸੀ? ਸਾਡੇ ਵੱਡੇ ਸਨ। ਜੇ ਕੋਈ ਹੋਰ ਬਾਹਰੋਂ ਆਇਆ ਸੀ ਤੇ ਫਿਰ ਅਸਾਂ ਪੰਜਾਬੀਆਂ ਨੂੰ ਡੱਕਿਆ ਕਿਉਂ ਨਾ? ਦੱਸੋ ਕੀ ਵਜ੍ਹਾ ਹੋਈ ਹੋਵੇਗੀ? ਸੱਜਣੋ, ਇਹ ਗੱਲ ਮੰਨਣੀ ਪਵੇਗੀ ਕਿ ਧਰਮੀ ਹਵਾਲੇ ਨਾਲ ਅਸੀਂ ਇੱਕ ਸਮਾਜ ਦਾ ਹਿੱਸਾ ਹੋ ਕੇ ਵੀ ਇੱਕ ਨਹੀਂ ਸਾਂ। ਨਫ਼ਰਤਾਂ ਦੀ ਲਕੀਰ ਮੌਜੂਦ ਸੀ। ਹਿੰਦੂ, ਸਿੱਖ ਤੇ ਮੁਸਲਮਾਨ ਵਿੱਚ ਇੱਕ ਖਾਸ ਫਾਸਲਾ ਹੈ ਸੀ। ਪੰਜਾਬ ਦੇ ਜ਼ਿਆਦਾਤਰ ਵਸਾਇਲ ਮੁਸਲਮਾਨਾਂ ਕੋਲ ਨਹੀਂ ਸਨ। ਜ਼ਿਮੀਂਦਾਰਾਂ ਵੀ ਮੁਸਲਮਾਨਾਂ ਕੋਲ ਖੁੱਸ ਗਿਆ ਸੀ। ਮੁਸਲਮਾਨ ਦੀਆਂ ਜ਼ਮੀਨਾਂ ਕਿਸ ਦੌਰ 'ਚ ਖੋਹੀਆਂ ਗਈਆਂ, ਇਹਦੇ ਉੱਤੇ ਵੀ ਸਾਡੇ ਤਾਰੀਖਦਾਰਾਂ ਨੂੰ ਕੰਮ ਕਰਨ ਦੀ ਲੋੜ ਹੈ, ਤਾਂ ਜੇ ਗੱਲਾਂ ਖੁੱਲ੍ਹ ਕੇ ਸਾਹਮਣੇ ਆਉਣ। ਉਸ ਵੇਲੇ ਜਿੱਥੇ ਮਜ਼ਹਬਾਂ ਅੰਦਰ ਭਾਈਚਾਰੇ ਦੀਆਂ ਮਿਸਾਲਾਂ ਸਨ, ਉੱਥੇ ਹੀ ਬਹੁਤ ਪਹਿਲੇ ਤੋਂ ਇੱਕ ਦੂਜੇ ਨਾਲ ਨਫ਼ਰਤ ਦਾ ਮੰਫੀ ਚਲਣ ਵੀ ਮੌਜੂਦ ਸੀ। ਜਿੱਥੇ ਬਹੁਤ ਸਾਰੇ ਸਿੱਖ ਪਰਿਵਾਰ ਮੁਸਲਮਾਨਾਂ ਨਾਲ ਭਾਈਚਾਰਾ ਰੱਖਦੇ ਸਨ ਤੇ ਮੁਸਲਮਾਨ ਵੀ ਉਹਨਾਂ ਦੇ ਦੁੱਖ ਸੁੱਖ ਸ਼ਰੀਕ ਹੁੰਦੇ ਸਨ, ਉੱਥੇ ਹੀ ਅਜਿਹੇ ਲੋਕ ਵੀ ਸਨ ਜਿਹੜੇ ਦੂਜੇ ਧਰਮ ਨਾਲ ਤਾਲੁਕ ਰੱਖਣ ਵਾਲਿਆਂ ਨੂੰ ਨਫ਼ਰਤ ਤੋਂ ਨਿਗਾਹ ਨਾਲ ਦਿੰਦੇ ਸਨ। ਬਹੁਤ ਘੱਟ ਰੋਸ਼ਨ ਖਿਆਲ ਤੇ ਤਰੱਕੀ ਪਸੰਦ ਲੋਕ ਸਨ ਜਿਹੜੇ ਇੱਕ ਦੂਜੇ ਨਾਲ ਬਹਿ ਕੇ ਖੁੱਲ੍ਹ ਕੇ ਗੱਲਬਾਤ ਕਰ ਲੈਂਦੇ ਸਨ। ਬਹੁਤੇ ਉਹ ਸਨ ਜਿਹੜੇ ਧਰਮੀ ਬੁਨਿਆਦਾਂ ਉੱਤੇ ਆਪਣੀ ਪਹਿਚਾਣ ਰੱਖਦੇ ਸਨ। ਇਹ ਲੋਕ ਮਜ਼ਹਬੀ ਬੁਨਿਆਦਾਂ ਉੱਤੇ ਆਪਣੇ ਦਿਲ ਦੇ ਕਿਸੇ ਨਾ ਕਿਸੇ ਖਾਨੇ ਅੰਦਰ ਨਫ਼ਰਤ ਜ਼ਰੂਰ ਰੱਖਦੇ ਸਨ। ਹੋ ਸਕਦਾ ਹੈ ਮੇਰੀਆਂ ਇਹ ਗੱਲਾਂ ਤੁਹਾਨੂੰ ਕੌੜੀਆਂ ਲੱਗਣ, ਹੋ ਸਕਦਾ ਹੈ ਕੁਝ ਸੱਜਣਾ ਬੇਲੀਆਂ ਨੂੰ ਇਹ ਗੱਲਾਂ ਗੈਰ ਮੁਨਾਸਬ ਵੀ ਲੱਗਣ, ਪਰ ਮਿੱਤਰੋ ਸੱਚੀ ਗੱਲ ਇਹ ਹੈ ਕਿ 47 ਤੋਂ ਪਹਿਲਾਂ ਹੀ ਅਸੀਂ ਇੱਕ ਦੂਜੇ ਤੋਂ ਦੂਰ ਸਾਂ। ਸਿੱਖ ਲੀਡਰ ਹੋਣ ਜਾਂ ਸਾਡੇ ਮੁਸਲਮਾਨ ਆਗੂ, ਉਹਨਾਂ ਨੇ ਨਫ਼ਰਤਾਂ ਘਟਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਫਿਰ ਜਿਸ ਸਮਾਜ ਅੰਦਰ ਜ਼ਾਤ ਪਾਤ ਦੇ ਖਾਨੇ ਏਡੇ ਗੂੜੇ ਹੋਣ
ਕਿ ਮਾੜੇ ਦਾ ਭਾਂਡਾ ਵੱਖ ਹੋਵੇ, ਉੱਥੇ ਤੁਸੀਂ ਕਿਵੇਂ ਖਿਆਲ ਕਰ ਸਕਦੇ ਹੋ ਕਿ ਵੱਖੋ-ਵੱਖ ਧਰਮਾਂ ਵਾਲੇ ਬੜੇ ਅਮਨ ਪਸੰਦ ਹੋਣਗੇ? ਮੈਂ ਬਹੁਤ ਦੂਰ ਨਹੀਂ ਜਾਂਦਾ, ਬਹੁਤ ਸਾਰੇ ਹਵਾਲੇ ਵੀ ਨਹੀਂ ਦਿੰਦਾ, ਬਸ ਅੰਮ੍ਰਿਤਾ ਪ੍ਰੀਤਮ ਦੀ ਜ਼ੁਬਾਨੀ ਦੱਸਦਾ ਹਾਂ ਕਿ ਉਹਨਾਂ ਦੇ ਆਪਣੇ ਘਰ ਅੰਦਰ ਮੁਸਲਮਾਨ ਦੇ ਭਾਂਡੇ ਵੱਖਰੇ ਸਨ। ਜਦ ਕੋਈ ਮੁਸਲਮਾਨ ਆਉਂਦਾ ਤੇ ਭਾਂਡਿਆਂ ਦੀ ਪ੍ਰਚੱਤੀ ਤੋਂ ਉਹ ਭਾਂਡੇ ਲਿਆਂਦੇ ਜਾਂਦੇ ਜਿਹੜੇ ਘਰ ਦੇ ਜੀ ਨਹੀਂ ਸਨ ਵਰਤਦੇ। ਇੰਝ ਹੀ ਮੁਸਲਮਾਨ ਘਰਾਂ ਅੰਦਰ ਵੀ ਸੀ। ਸਿੱਖਾਂ ਤੇ ਹਿੰਦੂਆਂ ਲਈ ਬਹੁਤੇ ਘਰਾਂ ਅੰਦਰ ਭਾਂਡੇ ਵੱਖ ਸਨ, ਖਾਸ ਕਰ ਉਹਨਾਂ ਘਰਾਂ 'ਚ ਜਿਹੜੇ ਤਗੜੇ ਸਨ, ਜਿਨ੍ਹਾਂ ਦੀ ਗੱਲ ਮੰਨੀ ਜਾਂਦੀ ਸੀ, ਜਿਨ੍ਹਾਂ ਦੀ ਚੌਧਰ ਸੀ। ਅਸੀਂ ਬਹੁਤ ਸਾਰੀਆਂ ਮਿਸਾਲਾਂ ਇਹ ਤੋਂ ਵੱਖ ਵੀ ਦੇ ਸਕਦੇ ਹਾਂ, ਭਾਈਚਾਰੇ ਮੁਹੱਬਤਾਂ ਦੀਆਂ ਮਿਸਾਲਾਂ। ਪਰ ਸੱਜਣੋ, ਸਮਾਜ ਦੀ ਨਫਸੀਆਤ ਹੀ ਇਹ ਹੈ ਕਿ ਜਿੱਥੇ ਹਜ਼ਾਰ ਲੋਕ ਅਮਨ ਪਸੰਦ ਹੋਣ, ਉੱਥੇ ਦਰਜਨ ਡੇਢ ਦਰਜਨ ਲੋਕ ਹੀ ਜ਼ਹਿਰ ਘੋਲ ਦੇਣ ਤੇ ਨਫ਼ਰਤਾਂ ਦੀ ਤਲਵਾਰ ਅੱਗੇ ਉਹਨਾਂ ਹਜ਼ਾਰਾਂ ਦੀ ਨਹੀਂ ਚੱਲਦੀ। 1947 'ਚ ਜੇ ਕੋਈ ਸਭ ਤੋਂ ਵੱਡਾ ਗੁਨਾਹਗਾਰ ਸੀ ਤਾਂ ਅਸੀਂ ਆਪ ਸਾਂ। ਸਾਡੇ ਵੱਡੇ ਸਨ ਜਿਨ੍ਹਾਂ ਦੇ ਦਾਮਨ ਉੱਤੇ ਇਹਨਾਂ ਸ਼ਹੀਦਾਂ ਦੇ ਲਹੂ ਦੀਆਂ ਛਿੱਟਾਂ ਅੱਜ ਵੀ ਮੌਜੂਦ ਨੇ। ਮੈਨੂੰ ਆਖਣ ਦਿਓ ਕਿ ਪੰਜਾਬੀਆਂ ਇਸ ਨਫ਼ਰਤ ਨੂੰ ਰੋਕਣ 'ਚ ਆਪਣਾ ਕਿਰਦਾਰ ਅਦਾ ਨਹੀਂ ਕੀਤਾ। ਇਹ 20 ਲੱਖ ਇੰਜ ਵੱਡੇ ਟੁਕੇ ਨਾ ਜਾਂਦੇ, ਪੱਤਾਂ ਇੰਜ ਨਾ ਰੁਲਦੀਆਂ, ਨਾ ਚੜ੍ਹਾਨ ਨਾਲ ਭਰਦੀ, ਨਾ ਰਾਵੀ ਲਾਲ ਹੁੰਦਾ, ਨਾ ਅੰਮ੍ਰਿਤਸਰ ਸੜਦਾ ਤੇ ਨਾ ਹੀ ਲਾਹੌਰ ਅੰਦਰ ਕਤਲੇਆਮ ਹੁੰਦਾ। ਸੱਜਣੋ, ਵੇਲੇ ਨੇ ਸਾਬਤ ਕੀਤਾ ਹੈ ਕਿ ਵੰਡ ਨੇ ਜਿਹੜਿਆਂ ਪੰਜਾਬੀਆਂ ਨੂੰ ਖਾਧਾ, ਅਸੀਂ ਉਹਦੇ ਉੱਤੇ ਪਛਮਾਨ ਹਾਂ। ਉਹ ਸਾਡਾ ਸਿੱਖ ਭਰਾ ਹੋਵੇ ਜਾਂ ਮੁਸਲਮਾਨ, ਉਹਨੂੰ ਅਹਿਸਾਸ ਹੋ ਰਿਹਾ ਹੈ ਕਿ ਵੰਡ ਵੇਲੇ ਬਹੁਤ ਜ਼ੁਲਮ ਹੋਇਆ ਸੀ। ਅੱਜ ਸਾਨੂੰ ਉਹ ਸਭ ਲੋਕ ਯਾਦ ਆ ਰਹੇ ਨੇ ਜਿਹੜੇ ਬੇਗੁਨਾਹ ਮਾਰੇ ਗਏ, ਜਿਹਨਾਂ ਦਾ ਕਸੂਰ ਉਹਨਾਂ ਦਾ ਧਰਮ ਸੀ, ਜਿਹੜੇ ਇਸ ਕਰਕੇ ਨਹੀਂ ਬਚ ਸਕੇ ਕਿ ਉਹ ਪੰਜਾਬੀ ਸਨ। ਕਿਸੇ ਨੇ ਪੰਜਾਬੀ ਕਰਕੇ ਕਿਸੇ ਨੂੰ ਨਹੀਂ ਪਛਾਣਿਆ, ਬਲਕਿ ਉਹਦੇ ਧਰਮ ਨੂੰ ਹੀ ਪਛਾਣ ਕੇ ਘਾਟਾ ਲਾਇਆ। ਸੋ ਅੱਜ ਤੀਜੀ ਪੀੜ੍ਹੀ ਉਸ ਕਤਲੇਆਮ ਉੱਤੇ ਪਛਤਾ ਰਹੀ ਹੈ, ਰੋ ਰਹੀ ਹੈ ਤੇ ਆਖ ਰਹੀ ਹੈ ਕਿ ਜ਼ੁਲਮ ਹੋਇਆ ਸੀ। ਆਜ਼ਾਦੀ ਦੀ ਖੁਸ਼ੀ ਉੱਤੇ ਉਜਾੜੇ ਦਾ ਕੰਮ ਗਾਲਬ ਹੈ। ਅੱਜ ਅਸੀਂ ਇੱਥੇ ਬਹਿ ਕੇ ਨਹੀਂ ਕਹਿ ਰਹੇ ਕਿ ਮੁਸਲਮਾਨ ਦਾ ਇਹ ਸ਼ਹੀਦੀ ਦਿਹਾੜ ਹੈ, ਅੱਜ ਅਸੀਂ ਪੰਜਾਬੀਆਂ ਦਾ ਸ਼ਹੀਦੀ ਦਿਹਾੜ ਕਰਕੇ ਇੱਥੇ ਇਕੱਠੇ ਹੋਏ ਹਾਂ। ਇਹੋ ਫਰਕ ਆਇਆ ਹੈ ਇਹਨਾਂ 76 ਵਰ੍ਹਿਆਂ ਵਿੱਚ ਕਿ ਅਸੀਂ ਆਪਣੇ ਵੱਡਿਆਂ ਦੀਆਂ ਗਲਤੀਆਂ ਉੱਤੇ ਗੱਲ ਕਰ ਰਹੇ ਹਾਂ। ਇਹ ਆਖ ਰਹੇ ਹਾਂ ਕਿ ਵੰਡ ਵੇਲੇ ਹੋਣ ਵਾਲਾ ਕਤਲੇਆਮ ਇਨਸਾਨੀਅਤ ਦਾ ਕਤਲੇਆਮ ਸੀ। ਇੱਥੋਂ ਅਮਨ ਦੀ ਰਾਹ ਲੱਭੇਗੀ। ਇਹ ਸਬਕ ਮਿਲੇਗਾ ਕਿ ਅੱਜ ਜੇਕਰ ਅਸੀਂ ਗਲਤ ਕਰਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਗੁਨਾਹ ਮਾਫ ਨਹੀਂ ਕਰਨਗੀਆਂ। ਉਹ ਸਾਡੇ ਗੁਨਾਹ ਕਿਸੇ ਹੋਰ ਦੇ ਨਾਵੇਂ ਲਾ ਕੇ ਸਾਨੂੰ ਬੇਗੁਨਾਹ ਨਹੀਂ ਆਖਣਗੀਆਂ। ਝੂਠੀਆਂ ਦਲੀਲਾਂ ਤੇ ਤਾਰੀਖਾਂ ਰਾਹੀਂ ਸਾਡੀ ਬੇਗੁਨਾਹੀ ਸਾਬਤ ਨਹੀਂ ਕਰਨਗੀਆਂ, ਬਲਕਿ ਇਨਸਾਫ ਦੀ ਪ੍ਰਕਿਰਿਆ 'ਚ ਨੇਕੀ ਬਦੀ ਦਾ ਤੋਲ ਪੂਰਾ ਕਰਨਗੀਆਂ। ਸੋ ਬੇਲੀਓ, ਅੱਜ ਵੰਡ ਦੇ ਸ਼ਹੀਦਾਂ ਦਾ ਸੋਗ ਮਨਾਉਣ ਦੇ ਨਾਲ ਨਾਲ ਸਾਨੂੰ ਅਜ਼ਮ ਵੀ ਬਣਨਾ ਪਵੇਗਾ ਕਿ ਸਾਡੀ ਪਹਿਲੀ ਪਹਿਚਾਣ ਪੰਜਾਬ ਤੇ ਪੰਜਾਬੀ ਹੈ। ਉਹ ਲਕੀਰ ਦੇਸ਼ ਬੰਨੇ ਹੋਵੇ ਜਾਂ ਉਸ ਬੰਨੇ, ਪਹਿਲੀ ਗੱਲ ਪੰਜਾਬ ਹੈ, ਫਿਰ ਧਰਮ ਤੇ ਨਜ਼ਰੀਆ। ਮੇਰਾ ਧਰਮ ਮੇਰੇ ਨਾਲ ਤੇ ਤੁਹਾਡਾ ਧਰਮ ਤੁਹਾਡੇ ਨਾਲ। ਹਾਂ, ਅਸੀਂ ਇੱਕ ਦੂਜੇ ਦੇ ਨਜ਼ਰੀਏ ਤੇ ਧਰਮ ਦਾ ਇਹਤਰਾਮ ਕਰੀਏ। ਇਹੋ ਸਾਨੂੰ ਸਾਡਾ ਮਜ਼ਹਬ ਵੀ ਸਮਝ ਦਿੰਦਾ ਹੈ ਤੇ ਉਹੀ ਸਾਡੇ ਮਹੱਜ਼ਬ ਹੋਣ ਦੀ ਸਭ ਤੋਂ ਵੱਡੀ ਗਵਾਹੀ ਵੀ। ਇਜਾਜ਼ਤ ਦਿਓ, ਰੱਬ ਰੱਖਾ।